किताब विपरन की रीत तो सच दा मार्ग भाग 21वां तीजे कांड दा 22वां भाग प्रभु आपे ही आप है। लेखक गुरबख्श सिंह काला अफगाना। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। देवी देवतियां बारे गुरबाणी विचार। होर अगे ਤੋਰਨ ਤੋਂ ਪਹਿਲਾਂ ਇਹ ਸਮਝ ਲਈਏ कि सूरज चंद हवा ਬੱਦਲ आदि शक्तियां ਤੋਂ ਇਲਾਵਾ ਕਿ ਸ੍ਰਿਸ਼ਟੀ ਦੀ ਸਿਰਜਣਾ ਵਿੱਚ ਇਸ ਦੀ ਸੰਭਾਲ ਕਰਨ ਵਿੱਚ ਜਾਂ ਹੋਰ ਕਿਸੇ ਪ੍ਰਕਾਰ ਦੇ ਪ੍ਰਬੰਧ ਕਰਨ ਵਿੱਚ ਪਰਮਾਤਮਾ ਦੀ ਸਹਾਇਤਾ ਕਰਨ ਵਾਲੀ ਕੋਈ ਹੋਰ ਸ਼ਕਤੀ ਵੀ ਇਸ ਕਾਇਨਾਤ ਵਿੱਚ ਵਿਆਪਕ ਹੈ। ਜੀਵਾਂ ਦੇ ਕਰਮਾਂ ਦੇ ਹਿਸਾਬ ਕਿਤਾਬ ਰੱਖਣ ਵਾਲਾ ਕੋਈ ਚਿੱਤਰਗੁਪਤ ਕਰਮਾਂ ਦੀ ਪਰਖ ਕਰਕੇ ਜੀਵਾਂ ਨੂੰ ਸੁਰਗ ਜਾਂ ਨਰਕ ਵਿੱਚ ਭੇਜਣ ਵਾਲਾ ਧਰਮਰਾਜ ਜੀਵਾਂ ਦੀ ਜਾਨ ਕੱਢ ਕੇ ਧਰਮਰਾਜ ਦੇ ਪੇਸ਼ ਕਰਨ ਵਾਲੇ ਜਮਦੂਤਾਂ ਦੀ ਫੌਜ ਅਥਵਾ ਅਪਾਰ ਸ੍ਰਿਸ਼ਟੀ ਦੇ ਵਿਸ਼ਾਲ ਅਤੇ ਕਠਿਨ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਸਹਾਈ ਹੋਣ ਲਈ ਪ੍ਰਭੂ ਨੇ ਕੀ ਕੋਈ ਖਾਸ ਅਮਲਾ ਫੈਲਾ ਰੱਖਿਆ ਹੋਇਆ ਹੈ। ਮਨੁੱਖ ਦੀ ਬਣਾਈ ਬਿਜਲੀ ਅਥਵਾ ਜੰਤਰਾਂ ਆਦਿ ਦੀਆਂ ਸ਼ਕਤੀਆਂ ਜਿਹੜੀਆਂ ਮਨੁੱਖ ਦੀ ਵਰਤੋਂ ਵਿੱਚ ਹਨ, ਉਹਨਾਂ ਸ਼ਕਤੀਆਂ ਦੀ ਵਰਤੋਂ ਵਿੱਚ ਘਾਟੇ ਜਾਂ ਵਾਧੇ ਦੀ ਲੋੜ ਮਨੁੱਖ ਹੀ ਅਨੁਭਵ ਕਰਦਾ ਹੈ। ਮਨੁੱਖ ਦੀ ਵਰਤੋਂ ਵਿੱਚ ਆ ਰਹੀ ਮਸ਼ੀਨਰੀ ਸ਼ਕਤੀ ਜਾਂ ਪਸ਼ੂ ਸ਼ਕਤੀ ਨੇ ਵਿੱਤੋਂ ਵੱਧ ਕੰਮ ਹੋਣ ਦੀ ਸ਼ਿਕਾਇਤ ਕਰਕੇ ਆਪਣੇ ਲਈ ਕੋਈ ਸਹਾਇਕ ਸ਼ਕਤੀ ਦੀ ਮੰਗ ਕਦੇ ਨਹੀਂ ਕੀਤੀ। ਪਰਮਾਤਮਾ ਦੀਆਂ ਬਣਾਈਆਂ ਸ਼ਕਤੀਆਂ ਸੂਰਜ ਚੰਦ ਹਵਾ ਆਦਿ ਨੇ ਵੀ ਕਦੇ ਕੋਈ ਸਹਾਇਤਾ ਨਹੀਂ ਮੰਗੀ। ਸਹਾਇਕ ਦੀ ਲੋੜ ਕੇਵਲ ਵਿਅਕਤੀ ਨੂੰ ਹੀ ਪੈਂਦੀ ਹੈ। ਸ਼ਕਤੀ ਨੂੰ ਅਜਿਹੀ ਲੋੜ ਭਲਾ ਕਿਉਂ ਪਵੇ। ਪਰਮਾਤਮਾ ਵੀ ਕੋਈ ਵਿਅਕਤੀ ਨਹੀਂ ਹੈ। ਅਕਾਲ ਪੁਰਖ ਅਜਿਹੀ ਪਰਮ ਸ਼ਕਤੀ ਹੈ ਜੋ ਅਥਾਹ ਹੈ, ਅਗੋਚਰ ਹੈ, ਅਗਮ ਹੈ ਅਤੇ ਜੋ ਆਪਣੇ ਆਪ ਤੋਂ ਆਪ ਹੀ ਪੈਦਾ ਹੋਈ ਹੈ। ਦੁਨੀਆ ਦੀਆਂ ਸਾਰੀਆਂ ਦਿਸਦੀਆਂ ਸ਼ਕਤੀਆਂ ਉਸ ਮਹਾਨ ਸ਼ਕਤੀ ਦੇ ਆਸਰੇ ਤੇ ਹਨ। ਸਗੋਂ ਪਰਮਾਤਮਾ ਦੇ ਵਜੂਦ ਵਿੱਚ ਸਾਰਾ ਪਸਾਰਾ ਸਮਾਇਆ ਹੋਇਆ ਹੈ। ਅਸੰਖਾਂ ਸੂਰਜ ਅਸੰਖਾਂ ਧਰਤੀਆਂ ਸਾਰੇ ਦਾ ਸਾਰਾ ਅਪਾਰ ਬ੍ਰਹਿਮੰਡ ਉਸ ਪਰਮ ਸ਼ਕਤੀ ਦਾ ਆਪਣਾ ਵਜੂਦ ਹੈ। ਸ੍ਰਿਸ਼ਟੀ ਵਿੱਚ ਜੋ ਕੁਝ ਹੋ ਰਿਹਾ ਹੈ, ਜਿਸ ਪ੍ਰਕਾਰ ਦੀ ਜੀਵਨ ਰੌਂ ਚੱਲ ਰਹੀ ਹੈ, ਉਹ ਸਭ ਕੁਝ ਉਸ ਅਪਾਰ ਸ਼ਕਤੀ ਦਾ ਆਪਣਾ ਵਜੂਦ ਹੀ ਹਰਕਤ ਕਰ ਰਿਹਾ ਹੈ। ਉਸ ਤੋਂ ਬਾਹਰ ਹੋਰ ਕੁਝ ਹੈ ਹੀ ਨਹੀਂ। ਸਭ ਕੁਝ ਉਹ ਆਪ ਹੀ ਆਪ ਹੈ। ਉਸ ਨੂੰ ਭਲਾ ਉੱਪਰ ਲਿਖੇ ਦੇਵੀ ਦੇਵਤੇ ਆਦਿ ਕਿਸੇ ਅਮਲੇ ਫੈਲੇ ਦੀ ਲੋੜ ਕਿਉਂ ਹੋਵੇ। ਸ੍ਰਿਸ਼ਟੀ ਦੀ ਰਚਨਾ ਕਰਨ ਵਿੱਚ, ਸੰਭਾਲ ਅਥਵਾ ਪਾਲਣ ਪੋਸ਼ਣ ਕਰਨ ਵਿੱਚ ਅਤੇ ਫਿਰ ਨਾਸ਼ ਕਰਨ ਦੇ ਕਾਰਜਾਂ ਵਿੱਚ ਨਾ ਉਸ ਨੂੰ ਕਿਸੇ ਦੀ ਸਲਾਹ ਮਸ਼ਵਰੇ ਦੀ ਲੋੜ ਹੈ ਅਤੇ ਨਾ ਹੀ ਕਿਸੇ ਦੇਵੀ ਦੇਵਤੇ ਦੀ ਲੋੜ ਹੈ। ਆਪਣੀ ਕਿਰਤ ਦੇ ਅੰਦਰ ਵੀ ਅਤੇ ਬਾਹਰ ਵੀ ਉਹ ਸਭ ਕੁਝ ਆਪ ਹੀ ਆਪ ਹੈ। ਜੀਵਾਂ ਦੇ ਅੰਦਰ ਬੈਠ ਕੇ ਜੀਵਾਂ ਦੇ ਕਰਮਾਂ ਦਾ ਹਿਸਾਬ ਵੀ ਉਹ ਆਪ ਹੀ ਰੱਖ ਰਿਹਾ ਹੈ। ਉਹਨਾਂ ਦੇ ਕੀਤੇ ਕਰਮਾਂ ਦਾ ਨਿਆਮ ਹੀ ਉਹ ਆਪ ਹੀ ਕਰਦਾ ਹੈ। ਆਪਣੀ ਰਚਨਾ ਦੇ ਕਣ ਕਣ ਵਿੱਚ ਉਹ ਆਪ ਹੀ ਆਪ ਪਸਰ ਰਿਹਾ ਹੈ। ਆਪੇ ਕੀਨੋ ਰਚਨ ਆਪੇ ਹੀ ਰਤਿਆ, ਆਪੇ ਹੋਇਓ ਇੱਕ ਆਪੇ ਬਹੁ ਪਤਿਆ, ਆਪੇ ਸਭਨਾ ਮੰਝ ਆਪੇ ਬਹਰਾ, ਆਪੇ ਜਾਣੇ ਦੂਰ ਆਪੇ ਹੀ ਜਹਰਾ, ਆਪੇ ਹੋਵੇਂ ਗੁਪਤ ਆਪੇ ਪ੍ਰਗਟਿਐ, ਕੀਮਤ ਕਿਸੇ ਨਾ ਪਾਏ ਤੇਰੀ ਥਟਿਐ। ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ। ਪੰਨਾ 966। ਲੱਖ 84 ਜੀ ਉਪਾਏ, ਗਿਆਨੀ ਧਿਆਨੀ ਆਖ ਸੁਣਾਏ, ਸਭਨਾ ਰਿਜਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਪੰਨਾ 1044। ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨ ਕੋਈ। ਪੰਨਾ 1050। ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ, ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ। ਪੰਨਾ 1237। ਆਪੇ ਅੰਡਜ ਜੇਰਜ ਸੇਤਜ ਉਤਪੁਜ, ਆਪੇ ਖੰਡ ਆਪੇ ਸਭ ਲੋ, ਆਪੇ ਸੂਤ ਆਪੇ ਬਹੁਮਣੀਆਂ, ਕਰ ਸ਼ਕਤੀ ਜਗਤ ਪਰੋਏ। ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਟਹਿ ਢੇਰੀ ਹੋਏ। ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ,
ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਸਭਨਾ ਰਿਜਕ ਸਮਾਹਾਂ ਦਾ ਪਿਆਰਾ, ਦੂਜਾ ਅਵਰ ਨ ਕੋਈ। ਆਪੇ ਖੇਲ ਖਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ। ਪੰਨਾ 605। ਗੁਰਦੇਵ ਜੀ ਨੇ ਬੜਾ ਸਪਸ਼ਟ ਕਰਕੇ ਫਰਮਾਇਆ ਹੈ ਕਿ ਭਾਈ, ਇਹ ਕਦੇ ਵੀ ਵਿਚਾਰ ਨਹੀਂ ਕਰਨੀ ਕਿ ਕਿਸੇ ਹੋਰ ਦੇਵੀ ਦੇਵਤੇ ਜਾਂ ਕਿਸੇ ਮਨੁੱਖ ਦੇ ਹੱਥ ਵਿੱਚ ਵੀ ਕੁਝ ਕਰਾਮਾਤੀ ਸ਼ਕਤੀ ਆਦਿ ਹੈ। ਸਭ ਕੁਝ ਪਰਮਾਤਮਾ ਆਪ ਹੀ ਆਪ ਕਰਨਹਾਰ ਹੈ। ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੈ ਹਾਥ। ਪੰਨਾ 814। ਇਸ ਤਰ੍ਹਾਂ ਹੋਰ ਬੇਅੰਤ ਸ਼ਬਦਾਂ ਦੁਆਰਾ ਬਾਰ-ਬਾਰ ਸਮਝਾਇਆ ਹੈ ਕਿ ਪ੍ਰਭੂ ਆਪ ਹੀ ਆਪ ਹੈ ਅਤੇ ਉਸ ਦੇ ਇਸ ਮਹਾਨ ਸੰਸਾਰ ਤਮਾਸ਼ੇ ਵਿੱਚ ਉਸ ਦਾ ਨਾ ਕੋਈ ਭਾਈਵਾਲ ਹੈ ਅਤੇ ਨਾ ਕੋਈ ਸਹਾਇਤਾ ਵਾਲਾ ਦੇਵੀ ਦੇਵਤਾ ਹੀ ਹੈ। ਜੇ ਕੋਈ ਦੇਵ ਦਾਨਵਾਂ ਆ ਜਿਹੀ ਖਲਕਤ ਹੋਵੇਗੀ ਵੀ ਤਾਂ ਉਹ ਕੀੜੀਆਂ ਤੋਂ ਲੈ ਕੇ ਹਾਥੀ ਜਾਂ ਇਸ ਤੋਂ ਵੀ ਵੱਡੇ ਆਕਾਰ ਦੇ ਆਮ ਸਧਾਰਨ ਜੀਵਾਂ ਵਾਂਗ ਹੀ ਹੋਵੇਗੀ। ਪ੍ਰਭੂ ਦੇ ਕੰਮ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੈ। ਦੇਵੀ ਦੇਵਤਿਆਂ ਬਾਰੇ ਬਣੀ ਸ਼ਰਧਾ ਦਾ ਭਰਮ ਕੱਢਣ ਲਈ ਕਬੀਰ ਸਾਹਿਬ ਨੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਭਗਤ ਤੋਂ ਬਿਨਾਂ ਵੱਡੇ ਵੱਡੇ ਕਥਿਤ ਦੇਵਤਿਆਂ ਸਮੇਤ ਸਭ ਕੁਝ ਨੂੰ ਮਲੀਨ ਦੱਸਿਆ ਹੈ। ਮੈਲਾ ਬ੍ਰਹਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ, ਮੈਲਾ ਮਲਤਾ ਇਹ ਸੰਸਾਰ, ਇਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸ ਬਾਸਰ ਦਿਨ ਤੀਸ, ਮੈਲਾ ਮੋਤੀ ਮੈਲਾ ਹੀਰ, ਮੈਲਾ ਪੌਣ ਪਾਵਕ ਅਰ ਨੀਰ, ਮੈਲੇ ਸ਼ਿਵ ਸ਼ੰਕਰਾ ਮਹੇਸ਼, ਮੈਲੇ ਸਿੱਧ ਸਾਧਕ ਅਰ ਪੇਖ, ਮੈਲੇ ਜੋਗੀ ਜੰਗਮ ਜਟਾ ਸਹੇਤ, ਮੈਲੀ ਕਾਇਆ ਹੰਸ ਸਮੇਤ, ਕਹਿ ਕਬੀਰ ਤੇ ਜਨ ਪ੍ਰਵਾਨ, ਨਿਰਮਲ ਤੇਜੋ ਰਾਮੇ ਜਾਨ। ਪੰਨਾ 1158। ਭਾਵ ਬ੍ਰਹਮਾ, ਇੰਦਰ, ਸ਼ਿਵ ਆਦਿਕ ਸਾਰੇ ਦੇਵੀ ਦੇਵਤੇ ਵੀ ਉਸੇ ਤਰ੍ਹਾਂ ਹੀ ਮਲੀਨ ਹਨ ਜਿਵੇਂ ਬਾਕੀ ਦਾ ਇਹ ਦਿਸਦਾ ਸੰਸਾਰ ਹੈ। ਦੇਵਤਿਆਂ ਨੂੰ ਵੀ ਉਸੇ ਥਾਂ ਹੀ ਲਿਆ ਖੜਾ ਕੀਤਾ ਹੈ ਜਿੱਥੇ ਹਵਾ ਪਾਣੀ ਆਦਿ ਪਦਾਰਥ ਹਨ। ਦੇਵਤੇ ਅਤੇ ਪਦਾਰਥ ਵਿੱਚ ਕੋਈ ਅੰਤਰ ਨਹੀਂ ਰੱਖਿਆ। ਆਓ ਹੁਣ ਉਸ ਕਲਗੀਧਰ ਦੇ ਵਿਚਾਰ ਪੜ੍ਹ ਲਈਏ ਜਿਸ ਨੂੰ ਬਿੱਪਰ ਦੇ ਚੇਲੇ ਕ੍ਰਿਸ਼ਨ ਦਾ ਉਪਾਸ਼ਕ ਅਥਵਾ ਕ੍ਰਿਸ਼ਨ ਕਹਿ ਰਹੇ ਹਨ। ਜਿਹ ਕੋਟ ਇੰਦਰ ਨਿਰਪਾਰ, ਕਈ ਬ੍ਰਹਮ ਬਿਸ਼ਨ ਵਿਚਾਰ, ਕਈ ਰਾਮ ਕ੍ਰਿਸ਼ਨ ਰਸੂਲ, ਬਿਨ ਭਗਤ ਕੋ ਨਾ ਕਬੂਲ, ਕਈ ਸਿੰਧ ਬਿੰਦ ਨਗਿੰਦਰ, ਕਈ ਮਛ ਕਛ ਫਨਿੰਦਰ, ਕਈ ਦੇਵ ਆਦਿ ਕੁਮਾਰ, ਕਈ ਕ੍ਰਿਸ਼ਨ ਬਿਸ਼ਨ ਅਵਤਾਰ, ਕਈ ਇੰਦਰ ਬਾਰ ਬੁਹਾਰ, ਕਈ ਵੇਦ ਔ ਮੁਖ ਚਾਰ, ਕਈ ਰੁਦਰ ਸ਼ੁਦਰ ਸਰੂਪ, ਕਈ ਰਾਮ ਕ੍ਰਿਸ਼ਨ ਅਨੂਪ। ਅਕਾਲ ਉਸਤਤ। ਕਲਗੀਧਰ ਨੇ ਵੀ ਇਨ੍ਹਾਂ ਦੇਵਤਿਆਂ ਆਦਿ ਨੂੰ ਪ੍ਰਭੂ ਦੀ ਅਪਾਰ ਸਿਰਜਣਾ ਵਿੱਚ ਇੱਕ ਤੁਛ ਮਾਤਰ ਹਸਤੀ ਹੀ ਦਰਸਾ ਕੇ ਉਹਨਾਂ ਦੀ ਮਹਿਮਾ ਦਾ ਖੰਡਨ ਕਰ ਦਿੱਤਾ ਹੈ ਜੋ ਬ੍ਰਾਹਮਣ ਨੇ ਬਣਾਈ ਹੋਈ ਹੈ। ਉਸ ਸਮੇਂ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਗੁਰਦਾਸ ਜੀ, ਜਿਹੜੇ ਗੁਰਮਤਿ ਗਿਆਨ ਦੇ ਪੂਰੇ ਗਿਆਤਾ ਅਤੇ ਪ੍ਰਚਾਰਕ ਸਨ ਅਤੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਤੋਂ ਬਿਨਾਂ ਆਪਣੇ ਹੱਥੀਂ ਲਿਖੀ ਹੈ, ਕਈ ਪੰਥ ਦੋਖੀ ਉਹਨਾਂ ਦੀਆਂ ਵਾਰਾਂ ਦੇ ਗਲਤ ਅਰਥ ਕਰਕੇ ਇਸ ਸੰਬੰਧ ਵਿੱਚ ਭੁਲੇਖਾ ਪਾ ਰਹੇ ਹਨ। ਬਿਸ਼ਨ ਲਏ ਅਵਤਾਰ, 10 ਵੈਰ ਵਿਰੋਧ ਜੋਤ ਸੰਘਾਰੇ, ਮਛ ਕਛ ਵੈਰਾ ਰੂਪ ਹੋਏ, ਨਰ ਸਿੰਘ 52 ਬਹੁ ਧਾਰੇ, ਪਰਸੁਰਾਮ ਰਾਮ ਕ੍ਰਿਸ਼ਨ ਹੋਏ, ਕਲਕ ਕਲੰਕੀ ਅਤ ਅਹੰਕਾਰੇ, ਖੱਤਰੀ ਮਾਰ 21 ਵਾਰ, ਰਾਮਾਇਣ ਕਰ ਭਾਰਤ ਭਾਰੇ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ, ਸਤਿਗੁਰ ਪੁਰਖ ਨਾ ਭੇਟਿਆ, ਸਾਧ ਸੰਗਤ ਸਹਿਲਾਂਗ ਨਾ ਸਾਰੇ, ਹਉਮੈ ਅੰਦਰ ਕਾਰ ਵਿਕਾਰੇ। ਭਾਈ ਗੁਰਦਾਸ ਜੀ ਵਾਰ 12। ਬ੍ਰਾਹਮਣੀ ਗ੍ਰੰਥਾਂ ਵਿਚਲੀਆਂ ਕਹਾਣੀਆਂ ਦਾ ਇਸ਼ਾਰੇ ਮਾਤਰ ਜ਼ਿਕਰ ਕਰਕੇ ਭਾਈ ਸਾਹਿਬ ਨੇ ਕਿਹਾ ਹੈ ਕਿ ਵਿਸ਼ਨੂੰ ਨੇ ਇਹ ਜੋ ਕਥਿਤ 10 ਅਵਤਾਰ ਧਾਰੇ ਸਨ, ਇਹਨਾਂ ਵਿੱਚ ਜਗਤ ਨਿਸਤਾਰੇ ਵਾਲਾ ਕਿਹੜਾ ਕੰਮ ਕੀਤਾ ਸੀ, ਲੋਕਾਂ ਨੂੰ ਕਿਹੜਾ ਬਹੁਮੁੱਲਾ ਉਪਦੇਸ਼ ਦਿੱਤਾ ਸੀ,
ਸਗੋਂ ਅਵਤਾਰੀ ਹੋ ਕੇ ਹਰ ਵਾਰੀ ਵੈਰ ਵਿਰੋਧ ਅਤੇ ਅਹੰਕਾਰ ਦਾ ਹੀ ਪ੍ਰਗਟਾਵਾ ਕੀਤਾ ਹੈ। ਸੂਰਮਿਆਂ ਨੂੰ ਅਥਵਾ ਖੱਤਰੀਆਂ ਨੂੰ ਪੈਦਾ ਕਰਨ ਵਾਲੇ ਵੀ ਆਪ ਤੇ ਫਿਰ ਉਹਨਾਂ ਨੂੰ ਖਤਮ ਕਰਕੇ ਆਪਣਾ ਅਹੰਕਾਰ ਅਤੇ ਕ੍ਰੋਧ ਦਰਸਾਉਣ ਵਾਲੇ ਬਣ ਗਏ। ਭਾਵ ਕਾਮ ਕ੍ਰੋਧ ਕਿਸੇ ਨੇ ਵੀ ਨਾ ਸਾਧਿਆ। ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਸੁਣ ਕੇ ਉਸ ਅਨੁਸਾਰ ਤੁਰਿਆ ਹੀ ਪਾਰ ਉਤਾਰਾ ਹੈ। ਕਿਸੇ ਸ਼ਾਂਤ ਨ ਆਈਆ, ਬਿਨ ਸਤਿਗੁਰ ਕੇ ਉਪਦੇਸ਼ ਦਾ ਗਿਆਨ ਹੈ। ਹਉਮੈ ਦੇ ਅੰਦਰ ਕੀਤੇ ਕੰਮ ਖੋਟੇ ਹੁੰਦੇ ਹਨ। ਲੱਖ ਲੱਖ ਬ੍ਰਹਮੇ ਵੇਦ ਪੜ੍ਹ, ਇਕਸ ਅੱਖਰ ਭੇਦ ਨ ਜਾਤਾ। ਜੋਗ ਧਿਆਨ ਮਹੇਸ਼ ਲਖ, ਰੂਪ ਨ ਰੇਖ ਨ ਭੇਖ ਪਛਾਤਾ। ਲੱਖ ਅਵਤਾਰ ਆਕਾਰ ਕਰ, ਤਿਲ ਵਿਚਾਰ ਨ ਬਿਸ਼ਨ ਪਛਾਤਾ। ਲੱਖ ਲੱਖ ਨੌਤਨ ਨਾਉ ਲੈ, ਲੱਖ ਲੱਖ ਸੇਖ ਵਿਸ਼ੇਖ ਨ ਤਾਤਾ। ਚਿਰ ਜੀਵਨ ਬਹੁ ਹੰਡਣੇ, ਦਰਸ਼ਨ ਪੰਥ ਨ ਸ਼ਬਦ ਸਿੰਜਾਤਾ। ਦਾਤ ਲੁਭਾਏ ਵਿਸਾਰਨ ਦਾਤਾ। ਭਾਈ ਗੁਰਦਾਸ ਵਾਰ 18। ਅਰਥ, ਲੱਖਾਂ ਬ੍ਰਹਮੇ ਲੱਖਾਂ ਵਾਰ ਹੀ ਵੇਦ ਪੜ੍ਹਨ ਵਾਲਿਆਂ ਪ੍ਰਭੂ ਦਾ ਭੇਦ ਨਾ ਜਾਣਿਆ। ਪ੍ਰਣਾਮ ਕਰਕੇ ਲੱਖਾਂ ਸ਼ਿਵ ਧਿਆਨ ਧਰਦੇ ਹਨ, ਪਰੰਤੂ ਅਕਾਲ ਪੁਰਖ ਦਾ ਰੂਪ ਰੇਖ ਅਤੇ ਭੇਖ ਨਹੀਂ ਪਛਾਣਿਆ। ਲੱਖਾਂ ਅਵਤਾਰਾਂ ਦੇ ਆਕਾਰ ਵਿਸ਼ਨੂੰ ਨੇ ਧਾਰਨ ਕੀਤੇ, ਪਰੰਤੂ ਉਸ ਅਕਾਲ ਪੁਰਖ ਦਾ ਤਿਲ ਮਾਤਰ ਵੀ ਵਿਚਾਰ ਨਾ ਲੱਭਿਆ। ਕਈ ਲੱਖਾਂ ਸ਼ੇਸ਼ ਨਾਗਾਂ ਨੇ ਵੀ ਕਥਿਤ ਤੌਰ ਤੇ ਲੱਖਾਂ ਨਵੇਂ ਤੋਂ ਨਵੇਂ ਨਾਮ ਰੋਜ਼ ਲੈ ਲੈ ਕੇ ਵੀ ਤਤ ਸਾਰ ਨਾ ਜਾਣਿਆ, ਪ੍ਰਭੂ ਦੀ ਪਛਾਣ ਨਾ ਆਈ। ਚਿਰ ਜੀਵੀਆਂ ਅਸ਼ਵਥਾਮਾ, ਬਲ, ਵਿਆਸ, ਹਨੂਮਾਨ, ਭਪੀਖਣ, ਕਿਰਪਾਚਾਰੀਆ, ਪਰਸੁਰਾਮ ਆਦ ਬ੍ਰਾਹਮਣੀ ਕਲਪਨਾ ਦੀ ਉਪਜ ਮਿਥਿਆਸ ਦੇ ਨਾਇਕ ਨੇ ਬਹੁਤਾ ਕਾਲ ਮੰਨ ਲਓ ਆਯੂ ਵੀ ਭੋਗੀ, ਪਰੰਤੂ ਉਸਨੇ ਵੀ ਅਰ ਹੋਰ ਖਟ ਦਰਸ਼ਨਾਂ ਨੇ ਵੀ ਸ਼ਬਦ ਪ੍ਰਭੂ ਨੂੰ ਨਹੀਂ ਪਛਾਤਾ। ਕਿਉਂਕਿ ਬ੍ਰਾਹਮਣ ਆਪ ਅਜਿਹਾ ਲਿਖਦਾ ਹੈ ਕਿ ਸਾਰੇ ਦੇਵਤਿਆਂ ਨੇ ਦਾਤ ਮਾਇਆ ਵਿੱਚ ਲੁਭਾਏਮਾਨ ਹੋ ਕੇ ਦਾਤਾਰ ਨੂੰ ਵਿਸਾਰ ਦਿੱਤਾ। ਭਾਈ ਸਾਹਿਬ ਵੀ ਦੇਵੀ ਦੇਵਤਿਆਂ ਅਥਵਾ ਅਵਤਾਰ ਪ੍ਰਥਾ ਨੂੰ ਨਹੀਂ ਮੰਨਦੇ। ਹੋ ਸਕਦਾ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨਾਂ ਦੇ ਕੋਈ ਸ਼ਕਤੀਸ਼ਾਲੀ ਵਿਦਵਾਨ ਰਾਜੇ ਜਾਂ ਬੜੀ ਤੀਖਣ ਬੁੱਧੀ ਵਾਲੇ ਰਿਖੀ ਆਦਿ ਹੋਏ ਹੋਣ, ਪਰ ਜਿਨ੍ਹਾਂ ਅਣਹੋਣੀਆਂ ਕਹਾਣੀਆਂ ਨਾਲ ਜੋੜ ਕੇ ਤਿੰਨਾਂ ਦੀ ਗਿਣਤੀ ਤੋਂ ਟੱਪ ਕੇ 33 ਕਰੋੜ ਦੇਵਤਿਆਂ ਦੀ ਪੂਜਾ ਜੋ ਵਿਪਰ ਕਰਾ ਰਿਹਾ ਹੈ, ਉਹ ਸਾਰਾ ਹੀ ਕੁਫਰ ਹੈ, ਝੂਠ ਹੈ, ਲੁੱਟ ਦਾ ਸਾਧਨ ਹੈ। ਕਿਸੇ ਵੀ ਹਾਲਤ ਵਿੱਚ ਦੇਵੀ ਦੇਵਤਿਆਂ ਤੇ ਵਿਸ਼ਵਾਸ ਰੱਖਣਾ ਵਿਪਰਨ ਕੀ ਰੀਤ ਹੈ। ਗੁਰੂ ਦੀਆਂ ਨਜ਼ਰਾਂ ਵਿੱਚ ਬੇਪ੍ਰਤੀਤੇ ਹੋ ਕੇ ਤੇਜ ਪ੍ਰਤਾਪ ਦੀ ਪ੍ਰਾਪਤੀ ਦੇ ਲਕਸ਼ ਤੋਂ ਲੱਖਾਂ ਮੀਲ ਦੂਰ ਜਾ ਪੈਣ ਤੁਲ ਹੈ। ਕਦੇ ਵੀ ਨਾ ਭੁੱਲੀਏ ਕਿ ਹਰ ਜੋ ਕਿਛ ਕਰੇ ਸੋ ਆਪੇ ਆਪ, ਉਹ ਪੂਛ ਨਾ ਕਿਸੇ ਕਰੇ ਵਿਚਾਰ। ਪੰਨਾ 1135। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਸੁਖ ਮਾਨੈ ਭੇਟੇ ਗੁਰ ਪੀਰ, ਏਕੋ ਸਾਹਿਬ ਏਕ ਵਜ਼ੀਰ। ਪੰਨਾ 412। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 21ਵਾਂ, ਤੀਜੇ ਕਾਂਡ ਦਾ 22ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।